सतनाम करता पुरख निरभौ निर्वैर अकाल मूरत अजूनी सैवं गुर प्रसाद जप आद सच जुगाद सच है भी सच नानक होसी भी सच। अगम गोचर सच साहिब मेरा नानक बोले बुलाया तेरा। मूक उचरै शास्त्र खट पिंग गिरन चढ़ जाए। अंध लखो बदरो सुने जो काल कृपा कराए। सतनाम श्री वाहिगुरु साहिब जी। दुविधा विच बैराग न होवी जब लग दूजी राई। सब जग तेरा तू एको दाता और न दूजा भाई। मानमुख जंत दुख सदा निवासी गुरमुख दे वडियाई। अपर अपार अगम गोचर कहना कीम न पाई। वाहिगुरु जी का खालसा वाहिगुरु जी की फतेह। परम सत्कारयोग सतगुरु जी की साजी निवाजी गुरु रूप गुरु खालसा सत संगत जीओ। उत्तम भाग ਹਨ ਚੰਗੇ ਕਰਮਾਂ ਦੀ ਇਹ ਨਿਸ਼ਾਨੀ ਹੈ ਕਿ ਸਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਬੈਠਣ ਦਾ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ। ਮਹਾਰਾਜ ਕਹਿੰਦੇ ਪੂਰਬਲੇ ਕਰਮ ਜਦੋਂ ਪ੍ਰਗਟ ਹੁੰਦੇ ਨੇ ਤਾਂ ਜੀਵਨ ਵਿੱਚੋਂ ਅੰਧਕਾਰ ਮਿਟਦਾ ਹੈ। ਮਿਟਿਓ ਅੰਧੇਰ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜੋ ਸਾਡੀ ਜੀਵਨ ਚੇਤਨਾ ਹੈ ਜੋ ਸਾਡੀ ਆਤਮਾ ਹੈ ਜਨਮਾਂ ਜਨਮਾਂ ਦੀ ਜੋ ਸੁੱਤੀ ਪਈ ਹੈ ਸ਼ਕਤੀ ਉਹ ਜਾਗ ਜਾਂਦੀ ਹੈ। ਆਤਮਾ ਦੁਨੀਆ ਦੇ ਵਿੱਚ ਜਿੰਨੇ ਵੀ ਵੱਡੇ ਕੰਮ ਹੋਏ ਨੇ ਜਾਂ ਹੁੰਦੇ ਨੇ ਜਾਂ ਹੋਣਗੇ ਉਹ ਆਤਮ ਜਦੋਂ ਜਾਗਦੀ ਹੈ ਤਾਂ ਹੁੰਦੇ ਹਨ। ਜਦੋਂ ਤੱਕ ਮਨੁੱਖ ਦੀ ਆਤਮਿਕ ਸ਼ਕਤੀ ਸੁੱਤੀ ਹੋਈ ਹੈ ਇਹ ਦੁਨੀਆ ਵਿੱਚ ਕੋਈ ਵੀ ਵੱਡਾ ਕੰਮ ਨਹੀਂ ਕਰ ਸਕਦਾ। ਜਿੰਨਾ ਕੁ ਕਿਸੇ ਦੀ ਚੇਤਨਾ ਜਾਗਦੀ ਹੈ ਓਨਾ ਕੁ ਦੁਨੀਆ ਵਿੱਚ ਉਹ ਕੰਮ ਕਰਦਾ ਹੈ। ਜਿਹੜੇ ਪੂਰਨ ਪੁਰਖ ਹੁੰਦੇ ਨੇ ਨਾਮ ਨਾਲ ਜੁੜਦੇ ਨੇ ਉਹਨਾਂ ਦੀ ਜਨਮਾਂ ਜਨਮਾਂ ਦੀ ਆਤਮਾ ਸੁੱਤੀ ਹੋਈ ਜਾਗ ਜਾਂਦੀ ਹੈ। ਉਹਨਾਂ ਦੇ ਹੱਥ ਵਿੱਚ ਸਾਰੇ ਬ੍ਰਹਿਮੰਡ ਦੀ ਪਾਵਰ ਆ ਜਾਂਦੀ ਹੈ ਤੇ ਜਿੰਨੀ ਵੱਡੀ ਕਿਸੇ ਕੋਲ ਪਾਵਰ ਹੈ ਓਨਾ ਵੱਡਾ ਉਹ ਕੰਮ ਕਰਦਾ ਹੈ। ਜਿੰਨੀ ਕਿਸੇ ਕੋਲ ਸਮਰੱਥਾ ਹੈ ਜਿਵੇਂ ਵੇਖੋ ਆਪਾਂ ਘਰ ਬਣਾਉਂਦੇ ਹਾਂ ਆਪਣੇ ਜਿੰਨਾ ਕਿਸੇ ਕੋਲ ਪੈਸਾ ਹੈ ਓਨਾ ਕੁ ਉਸ ਹਿਸਾਬ ਨਾਲ ਉਹ ਘਰ ਬਣਾ ਲੈਂਦਾ ਹੈ। ਉਸ ਹਿਸਾਬ ਨਾਲ ਉਹ ਮੋਟਰਸਾਈਕਲ ਗੱਡੀ ਕੁਝ ਵੀ ਖਰੀਦ ਲੈਂਦਾ ਹੈ। ਦੁਨੀਆ ਦੇ तमाम ਪਦਾਰਥ ਜੇ ਆਪਾਂ ਕਿਤੇ ਕੋਈ ਸੇਵਾ ਵੀ ਕਰਨੀ ਹੈ ਆਪਣੀ ਜੇਬ 'ਚ ਕਿੰਨੇ ਕੁ ਪੈਸੇ ਨੇ ਆਪਾਂ ਉਹਦੇ ਮੁਤਾਬਕ ਵੇਖ ਕੇ ਕਰਦੇ ਹਾਂ।
ਆਪਾਂ ਉਹ ਵੀ ਵੇਖਦੇ ਹਾਂ, ਕਈ ਲੋਕ ਐਸੇ ਨੇ ਇੰਨਾ ਪੈਸਾ ਕਿ ਵੱਡੇ ਵੱਡੇ ਹੌਸਪੀਟਲ ਬਣਾ ਦਿੱਤੇ ਉਹਨਾਂ ਨੇ, ਇਕੱਲੇ ਇਕੱਲੇ ਬੰਦੇ ਹੀ ਨਹੀਂ। ਇੰਨਾ ਪੈਸਾ, ਕਈ ਗੁਰੂ ਘਰ ਦੀਆਂ ਬਿਲਡਿੰਗਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ। ਕਿਤੇ ਕੋਈ ਮਨੁੱਖ 10 ਰੁਪਏ ਮਸੀਂ ਦਿੰਦਾ, ਪਰ ਕਿਤੇ ਕੋਈ ਬਹੁਤ ਧਨ, ਕਿਤੇ ਕੋਈ ਸੋਨੇ ਦੀ ਸੇਵਾ ਕਰ ਦਿੰਦਾ ਹੈ। ਭਾਵ ਜਿੰਨੀ ਕਿਸੇ ਕੋਲ ਸਮਰੱਥਾ ਹੈ, ਧਨ ਦੀ ਪਾਵਰ ਹੈ, ਉਹਨਾਂ ਕੋ ਕਾਰਜ ਕਰਦਾ ਹੈ। ਇਸੇ ਤਰ੍ਹਾਂ ਜਿਹਨੇ ਨਾਮ ਜਪਿਆ, ਬੰਦਗੀ ਕੀਤੀ, ਉਹਦੀ ਆਤਮਾ ਜਾਗ ਜਾਂਦੀ, ਪੂਰਨ ਸਮੱਗਰੀ ਸ਼ਕਤੀ ਉਹਦੇ ਵਿੱਚ ਉਹ ਜਾਗਰਤ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਮਨੁੱਖ ਵੱਡੇ ਵੱਡੇ ਕਾਰਜ ਕਰਦੇ ਨੇ। ਗੁਰਬਾਣੀ ਨੂੰ ਪੜ੍ਹਨ ਦਾ, ਕਥਾ ਕੀਰਤਨ ਕਰਨ ਦਾ, ਸੁਣਨ ਦਾ ਸਾਡਾ ਮਕਸਦ ਇਹੀ ਹੈ। ਅਸਲ ਵਿੱਚ ਸਾਡੀ ਆਤਮਾ ਜਾਗ ਜਾਵੇ, ਇਹ ਸੁਚੇਤ ਹੋ ਜਾਵੇ। ਤੋ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਜੋ ਬਖਸ਼ਿਸ਼ ਕਰ ਰਹੇ ਨੇ, ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ। ਸੋਠ ਰਾਗਣੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਸ਼ਟਪਦੀਆਂ ਦੇ ਰੂਪ ਵਿੱਚ ਆਰੰਭ ਹੋ ਚੁੱਕੀ ਹੈ। 634 ਅੰਗ ਤੇ ਇਹ ਸ਼ਬਦ ਦੀਆਂ 8 ਪੌੜੀਆਂ ਨੇ, ਜਿਨ੍ਹਾਂ ਵਿੱਚੋਂ 3 ਪੌੜੀਆਂ ਦੀ ਕਥਾ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਉਸ ਤੋਂ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਅਸਲ ਵਿੱਚ ਇਹ ਸ਼ਬਦ ਦੇ ਵਿੱਚ ਵੀ ਮਹਾਰਾਜ ਨੇ ਉਸੇ ਗੁਰਮੁਖ ਦੀ ਅਵਸਥਾ ਨੂੰ ਬਿਆਨ ਕੀਤਾ ਹੈ, ਜਿਹਦੀ ਆਤਮਾ ਜਾਗ ਚੁੱਕੀ ਹੈ, ਜਿਹਨੂੰ ਰੂਹਾਨੀਅਤ ਦੀ ਸੋਝੀ ਹੋ ਗਈ ਹੈ। ਉਹ ਫਿਰ ਕਿਸੇ ਮੜੀ ਮੱਟੀ ਦੀ, ਕਿਸੇ ਹੋਰ ਪੀਰ ਦੀ, ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦਾ। ਜਿਵੇਂ ਇਸ ਸ਼ਬਦ ਦੇ ਆਰੰਭ ਵਿੱਚ ਹੀ ਪਤਾ ਲੱਗਦਾ ਹੈ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਨਾ ਤਾਂ ਮੈਂ ਕਿਸੇ ਡਰ ਕਰਕੇ ਕਿਸੇ ਮੜੀ ਮੱਟੀ ਦੇਵੀ ਦੇਵਤੇ ਦੀ ਪੂਜਾ ਕਰਦਾ, ਮਸਾਣਾ ਦੀ, ਤੇ ਨਾ ਹੀ ਮੈਂ ਪਦਾਰਥਾਂ ਦੇ ਲੋਭ ਵਸ ਹੋ ਕੇ ਵੀ, ਕਿਉਂਕਿ ਇਹ ਦੋ ਹੀ ਕਾਰਨ ਨੇ, ਜਾਂ ਤਾਂ ਮਨੁੱਖ ਡਰਦਾ ਹੋਇਆ ਰੱਬ ਰੱਬ ਕਰਦਾ ਹੈ, ਤੇ ਜਾਂ ਫਿਰ ਪਦਾਰਥਾਂ ਵਾਸਤੇ ਦੇਵੀ ਦੇਵਤਿਆਂ ਦੀ ਯਾਤਰਾ ਕਰਦਾ ਜਾਂ ਪੂਜਾ ਕਰਦਾ। ਉਹਦਾ ਕਾਰਨ ਵੀ ਮੈਨੂੰ ਪਦਾਰਥ ਮਿਲੇ, ਮੇਰਾ ਕਾਰੋਬਾਰ ਚੱਲੇ, ਤੇ ਜਾਂ ਫਿਰ ਡਰਦਾ ਹੋਇਆ ਵੀ ਮੈਨੂੰ ਨੁਕਸਾਨ ਨਾ ਹੋ ਜਾਵੇ, ਮੇਰਾ ਕਾਰੋਬਾਰ ਚੱਲਦਾ ਪਿਆ, ਇਹਦੇ ਵਿੱਚ ਰੁਕਾਵਟ ਨਾ ਪੈ ਜਾਵੇ, ਖੇਦ ਨਾ ਆ ਜਾਵੇ, ਤਾਂ ਪੂਜਾ ਕਰਦਾ ਹੈ। ਗੁਰਮੁਖ ਇਹਨਾਂ ਦੋਵਾਂ ਗੱਲਾਂ ਤੋਂ ਉੱਪਰ ਲੰਘ ਜਾਂਦਾ ਹੈ। ਨਾ ਤਾਂ ਉਹ ਡਰ ਕਰਕੇ ਪੂਜਾ ਕਰਦਾ ਹੈ, ਤੇ ਨਾ ਉਹਨੂੰ ਪਦਾਰਥਾਂ ਦੀ ਹਿਰਸ ਹੁੰਦੀ ਹੈ। ਉਹ ਕੇਵਲ ਰੱਬ ਦੀ ਭਗਤੀ ਪਿਆਰ ਦੇ ਵਿੱਚ ਕਰਦਾ ਹੈ। ਦੁਨੀਆ ਵਿੱਚ ਸਭ ਤੋਂ ਪਵਿੱਤਰ ਰਿਸ਼ਤਾ ਦੁਨੀਆ ਦੇ ਵਿੱਚ ਉਹ ਹੈ ਪਿਆਰ ਦਾ। ਭਾਵੇਂ ਅਸੀਂ ਸਾਡੇ ਸੰਸਾਰਕ ਰਿਸ਼ਤੇ ਹਨ, ਧੀਆਂ ਪੁੱਤਰ, ਮਾਤਾ ਪਿਤਾ, ਪਰ ਇਹਨਾਂ ਸਾਰਿਆਂ ਰਿਸ਼ਤਿਆਂ ਤੋਂ ਉੱਪਰ ਹੈ ਪਿਆਰ ਦਾ ਰਿਸ਼ਤਾ ਹੈ। ਤਾਂ ਹੀ ਤੇ ਬਾਣੀ ਵਿੱਚ ਮਹਾਰਾਜ ਵਾਰ-ਵਾਰ ਵਚਨ ਕਰਦੇ ਨੇ ਕਿ ਭਾਈ ਤੂੰ ਰੱਬ ਨਾਲ ਪ੍ਰੀਤ ਪਾ, ਪਰਮਾਤਮਾ ਨਾਲ ਪ੍ਰੀਤ ਪਾ, ਕਿਉਂਕਿ ਦੁਨੀਆ ਦੀ ਜਿਹੜੀ ਪ੍ਰੀਤ ਹੈ ਇਹ ਨਾਸਵੰਤ ਹੈ, ਝੂਠੀ ਹੈ, ਇਹ ਪਦਾਰਥ ਦੇ ਤਲ ਤੇ ਖੜੀ ਹੈ। जगत में झूठी देखी प्रीत, अपने ही सुख स्यो सब लागे, क्या दारा क्या मीत। तो महाराज उस गुरमुख दी, उस वैरागी दी अवस्था नूं बयान कर रहे ने, जिहड़ा रब नाल जुड़ चुकिया है, साधना करके जिहड़ा रब नाल जुड़ गया है। महाराज वो बख्शिश कर रहे ने। आओ सतगुरु दे अमृत वचनां नाल सांझ पाईए। प्यार नाल आखो जी सतनाम श्री वाहिगुरु साहिब जी। दुबदा विच बैराग ना होवी, जब लग दूजी राई। महाराज कहते भाई जे तू रब दे मार्ग ते चलिया ते एक गल याद रखी, जे दुबदा विच रहेगा तां फिर तेरे अंदर वैराग नहीं पैदा होवेगा।
ਬਿਰਹੋਂ ਨਹੀਂ ਪੈਦਾ ਹੋਵੇਗਾ। ਜਦੋਂ ਤੱਕ ਬਿਰਹੋਂ ਨਹੀਂ ਪੈਦਾ ਹੁੰਦਾ ਤੇ ਤੂੰ ਰੱਬ ਨੂੰ ਮਿਲਣ ਵਾਸਤੇ ਸਾਧਨਾ ਨਹੀਂ ਕਰੇਗਾ, ਉਹ ਤੇਰੇ ਅੰਦਰ ਖਿੱਚ ਨਹੀਂ ਪੈਦਾ ਹੋਵੇਗੀ। ਦੁਬਿਧਾ ਦਾ ਕੀ ਭਾਵ ਹੈ? ਇਹ ਸ਼ਬਦ ਨੂੰ ਆਪਾਂ ਜੇ ਨਖੇੜ ਕੇ ਪੜ੍ਹੀਏ ਨਾ, ਯੁਦਾ ਯੁਦਾ ਕਰਕੇ ਪੜ੍ਹੀਏ, ਇਹਦਾ ਅਰਥ ਹੈ ਦੋ ਵਿਧ, ਦੋ ਵਿਧੀਆਂ ਨਾਲ ਚੱਲਣਾ। ਦੋ ਵਿਧੀਆਂ ਕੀ ਨੇ? ਵਿਧੀ ਤਾਂ ਇੱਕ ਤਰ੍ਹਾਂ ਦੀ ਹੁੰਦੀ ਹੈ। ਇੱਕ ਵਿਧੀ ਇਹ ਹੈ ਵੀ ਅੱਗੇ ਨੂੰ ਜਾਣਾ ਹੈ, ਦੂਜੀ ਵਿਧੀ ਹੈ ਪਿੱਛੇ ਨੂੰ ਮੁੜਨਾ ਹੈ। ਜੇ ਆਪਾਂ 4 ਕਦਮ ਅੱਗੇ ਗਏ ਹਾਂ, 4 ਕਦਮ ਪਿੱਛੇ ਮੁੜ ਆਏ ਹਾਂ, ਆਪਾਂ ਮੰਜ਼ਿਲ 'ਤੇ ਨਹੀਂ ਪਹੁੰਚ ਸਕਾਂਗੇ। ਆਪਾਂ ਇੱਥੋਂ ਕਿਸੇ ਦੂਸਰੇ ਸ਼ਹਿਰ ਵਿੱਚ ਜਾਣਾ ਹੈ, ਇੱਥੋਂ 10-20 ਕਿਲੋਮੀਟਰ ਜਾਈਏ, ਉੱਥੋਂ ਫਿਰ ਵਾਪਸ ਮੁੜ ਆਈਏ, ਫਿਰ ਜਾਈਏ, ਫਿਰ ਮੁੜ ਆਈਏ। ਦੋ ਵਿਧਾ ਹੋ ਕੇ ਚੱਲਿਆ, ਕਦੇ ਉਸ ਪਾਸੇ, ਕਦੇ ਵਾਪਸ, ਕਦੇ ਅੱਗੇ, ਕਦੇ ਪਿੱਛੇ। ਇਹ ਕਦੇ ਤੇ ਰੱਬ ਦੀ ਬੰਦਗੀ ਵਾਲੇ ਪਾਸੇ ਤੁਰ ਪੈਂਦਾ ਹੈ ਤੇ ਕਦੇ ਸੰਸਾਰ ਵਾਲੇ ਪਾਸੇ ਚੱਲ ਪੈਂਦਾ ਹੈ, ਦੁਬਿਧਾ ਵਿੱਚ ਰਹਿੰਦਾ ਹੈ। ਥੋੜ੍ਹੀ ਜਿਹੀ ਸਾਧਨਾ ਕੀਤੀ, ਫਿਰ ਸੋਚਦਾ ਪਤਾ ਨਹੀਂ ਰੱਬ ਮਿਲੇਗਾ ਕਿ ਨਾ ਮਿਲੇਗਾ। ਇੱਕ ਬੜੀ ਸੋਹਣੀ ਸਾਖੀ ਸਤਿਪੁਰਖ ਗੁਰਮੁਖ ਸੁਣਾਉਂਦੇ ਹੁੰਦੇ ਸੀ। ਉਹ ਕਹਿੰਦੇ ਇੱਕ ਨਾ ਪਿੰਡ ਦੇ ਵਿੱਚ 2 ਬੰਦੇ ਰਹਿੰਦੇ ਸੀ। ਇੱਕ ਅੱਤ ਦਾ ਨਾਸਤਕ ਤੇ ਇੱਕ ਅੱਤ ਦਾ ਬੜਾ ਹੀ ਸ਼ਰਧਾਵਾਨ। ਬੜੀ ਸ਼ਰਧਾ ਉਹਦੇ ਅੰਦਰ, ਬੜੀਆਂ ਰੱਬ ਦੀਆਂ ਗੱਲਾਂ ਉਹਨੇ ਕਰਨੀਆਂ ਤੇ ਰੋਜ਼ ਉਹਨੇ ਧਾਰਮਿਕ ਅਸਥਾਨ 'ਤੇ ਵੀ ਜਾਇਆ ਕਰਨਾ। ਇੱਕ ਦਿਨ ਕਿਸੇ ਗੱਲ ਤੋਂ ਉਹਨਾਂ ਦੇ ਵਿੱਚ ਬਹਿਸ ਛਿੜ ਗਈ। ਨਾਸਤਕ ਕਹਿੰਦਾ ਵੀ ਰੱਬ ਨਹੀਂ ਹੈ, ਤੂੰ ਐਵੇਂ ਰੱਬ ਰੱਬ ਕਹੀ ਜਾਂਦਾ, ਕੋਈ ਰੱਬ ਨਹੀਂ ਹੈ। ਬਹੁਤ ਉਹਨਾਂ ਦੀ ਗਹਿਮਾ ਗਹਿਮੀ ਹੋ ਗਈ ਆਪਸ ਵਿੱਚ। ਉਹ ਕਹਿੰਦਾ ਜਿਹੜਾ ਗੁਰਮੁਖ ਸੀ ਬੰਦਾ, ਭਾਵ ਜਿਹੜਾ ਗੁਰਦੁਆਰੇ ਜਾਣ ਵਾਲਾ, ਧਾਰਮਿਕ ਸਥਾਨ 'ਤੇ ਜਾਣ ਵਾਲਾ, ਸ਼ਰਧਾਵਾਨ ਸੀ, ਸਨਮੁਖ, ਉਹ ਕਹਿੰਦਾ ਵੀ ਰੱਬ ਹੈ, ਪਰ ਉਹ ਬਾਹਰੋਂ ਗੁਰਮੁਖ ਸੀ, ਅੰਦਰੋਂ ਗੁਰਮੁਖ ਨਹੀਂ ਸੀ ਹੈ। ਅਜੇ ਚੱਲਿਆ ਹੋਇਆ ਸੀ, ਪਰ ਉਸ ਅਵਸਥਾ ਵਿੱਚ ਨਹੀਂ, ਜਿਹੜੀ ਪਰਪੱਕਤਾ ਵਾਲੀ ਅਵਸਥਾ ਉਹ ਨਹੀਂ ਸੀ। ਉਹ ਕਹਿੰਦਾ ਚੰਗਾ, ਫਿਰ ਜਿਸ ਧਾਰਮਿਕ ਸਥਾਨ 'ਤੇ ਜਾਂਦਾ ਸੀ ਨਾ ਉਹ ਰੋਜ਼, ਉਹ ਕਹਿੰਦਾ ਤੂੰ ਰੋਜ਼ ਉੱਥੇ ਜੋਤ ਜਗਾ ਕੇ ਆਉਣਾ ਹੈ, ਜਾਂ ਜੇ ਤੇਰਾ ਰੱਬ ਹੈ ਤੇ ਮੈਨੂੰ ਹਟਾ ਕੇ ਦੇਖੇ, ਮੈਂ ਉਹਨੂੰ ਰੋਜ਼ ਬੁਝਾਵਾਂ ਕਰਾਂਗਾ। ਉਹ ਕਹਿੰਦੇ ਸ਼ਰਤ ਲੱਗ ਗਈ ਦੋਵਾਂ ਦੇ ਵਿੱਚ। ਉਹ ਰੋਜ਼ ਜਗਾ ਕੇ ਆਇਆ ਕਰੇ, ਜਿਹੜਾ ਸਨਮੁਖ ਸੀਗਾ, ਜਿਹੜਾ ਨਾਸਤਕ ਸੀ ਉਹ ਬੁਝਾਉਣ ਚਲਾ ਜਾਇਆ ਕਰੇ। ਰੋਜ਼ ਉਹਨੇ ਜਗਾ ਕੇ ਆਉਣਾ, ਉਹਨੇ ਜਗ ਬੁਝਾ ਦਿਆ ਕਰਨੀ। ਰੋਜ਼ ਇਹ ਕੰਮ ਚੱਲਦਾ ਰਿਹਾ, ਕਾਫੀ ਸਮਾਂ ਲੰਘ ਗਿਆ। ਇੱਕ ਦਿਨ ਉਹਨਾਂ ਦੀ ਪ੍ਰੀਖਿਆ ਹੋਈ। ਜਦੋਂ ਪ੍ਰੀਖਿਆ ਹੋਈ, ਬੜਾ ਭਾਰੀ ਤੂਫਾਨ ਉੱਠਿਆ, ਮੀਂਹ ਗੜੇ। ਹੁਣ ਜਿਹੜਾ ਰੋਜ਼ ਜਾਣ ਵਾਲਾ ਸੀ ਨਾ, ਅਜੇ ਮਨ ਵਿੱਚ ਕਿਤੇ ਇਹ ਪਰਪੱਕਤਾ ਨਹੀਂ ਸੀ। ਆਪਾਂ ਕਹਿੰਦੇ ਤਾਂ ਹਾਂ ਵੀ ਰੱਬ ਹੈ, ਰੱਬ ਹੈ, ਪਰ ਆਪਾਂ ਮੰਨਦੇ ਤੇ ਨਹੀਂ ਨਾ ਰੱਬ ਨੂੰ, ਵੀ ਰੱਬ ਹਰ ਇੱਕ ਥਾਂ 'ਤੇ ਆਪਾਂ ਕਹਿੰਦੇ ਹਾਂ। ਫਿਰ ਆਪਾਂ ਪਾਪ ਕਿਉਂ ਕਰਦੇ ਹਾਂ, ਫਿਰ ਨਿੰਦਿਆ ਕਿਉਂ ਕਰਦੇ ਹਾਂ, ਚੁਗਲੀ ਕਿਉਂ ਕਰਦੇ ਹਾਂ? ਜੇ ਆਪਾਂ ਕਹੀਏ ਰੱਬ ਸਾਰੀਆਂ ਥਾਵਾਂ 'ਤੇ ਹੈ। ਤਾਂ ਕਹਿੰਦੇ ਅੱਜ ਜਦੋਂ ਇਹ ਸਮਾਂ ਐਸਾ ਬਣ ਗਿਆ ਤੇ ਸਾਰੇ ਪਾਸੇ ਐਸਾ ਅੰਧਕਾਰ ਛਾ ਗਿਆ ਵੀ ਦਿਸਦਾ ਵੀ ਕੁਝ ਨਹੀਂ ਹੈ। ਉਹ ਜਿਹੜਾ ਰੋਜ਼ ਜਾਣ ਵਾਲਾ ਸੋਚਦਾ ਹੈ ਉਹਨੇ ਕਿਹੜਾ ਅੱਜ ਜਾਣਾ, ਇੰਨਾ ਤੂਫਾਨ ਪੈ ਰਿਹਾ। ਜਿਹੜਾ ਨਾਸਤਕ, ਉਹਨੇ ਕਿਹੜਾ ਜੋਤ ਬੁਝਾਉਣ ਵਾਸਤੇ ਜਾਣਾ, ਮੈਂ ਵੀ ਨਹੀਂ ਜਾਂਦਾ। ਗਿਆ ਨਾ, ਪਰ ਜਿਹੜਾ ਨਾਸਤਕ ਸੀ ਉਹ ਕਹਿੰਦਾ ਮੈਂ ਤਾਂ ਜਾਣਾ ਹੀ ਜਾਣਾ ਜ਼ਰੂਰ। ਉਹ ਚਲਾ ਗਿਆ ਜੋਤ ਬੁਝਾਉਣ ਵਾਸਤੇ, ਪਰ ਜਿਹੜਾ ਜਗਾਉਣ ਵਾਸਤੇ ਜਾਂਦਾ ਸੀ ਉਹ ਪਹੁੰਚਿਆ ਨਹੀਂ। ਉਹ ਪਹੁੰਚਿਆ ਜਦੋਂ ਉਸ ਧਾਰਮਿਕ ਸਥਾਨ 'ਤੇ ਵੇਖਿਆ ਜੋਤ ਤੇ ਜਗਦੀ ਨਹੀਂ ਪਈ। ਮੁੜਨ ਲੱਗਾ, ਕਹਿੰਦੇ ਅੰਦਰੋਂ ਆਵਾਜ਼ ਆਈ, ਆ ਜਾ ਭਗਤਾ, ਤੇਰੇ ਵਰਗਿਆਂ ਦੀ ਮੈਨੂੰ ਲੋੜ ਹੈ, ਜਿਹੜਾ ਦੁਬਿਧਾ ਵਿੱਚ ਨਹੀਂ ਰਹਿੰਦਾ, ਜਿਹੜਾ ਆਪਣੇ ਨਿਸ਼ਾਨੇ 'ਤੇ ਪੱਕਾ ਰਹਿੰਦਾ ਹੈ। ਤੋ ਇਸ ਤਰ੍ਹਾਂ ਉਹ ਕਹਿਣ ਲੱਗਾ ਵੀ ਆਵਾਜ਼ ਸੁਣ ਕੇ ਹੈਰਾਨ ਹੋ ਗਿਆ। ਕਹਿੰਦੇ ਪਰਮਾਤਮਾ ਉਹਦੇ ਸਾਹਮਣੇ ਪ੍ਰਗਟ ਹੋ ਗਿਆ।
ਉਹ ਕਹਿੰਦੇ ਮਹਾਰਾਜ ਮੈਂ ਤੇ ਤੁਹਾਨੂੰ ਮੰਨਦਾ ਨਹੀਂ ਸੀ, ਮਾਫੀਆਂ ਮੰਗਣ ਲੱਗ ਪਿਆ ਵੀ ਤੁਹਾਡਾ ਤਾਂ ਸਰੂਪ ਦੇਖ ਕਰਕੇ ਚਰਨਾਂ 'ਤੇ ਢਹਿ ਪਿਆ। ਪਰਮਾਤਮਾ ਕਹਿੰਦਾ ਹੈ ਵੀ ਤੇਰੇ ਵਰਗੇ ਬੰਦੇ ਜਿਹੜੇ ਆਪਣੇ ਨਿਸ਼ਾਨੇ 'ਤੇ ਪੱਕੇ ਰਹਿੰਦੇ ਨੇ ਉਹ ਮੇਰੇ ਤੱਕ ਪਹੁੰਚ ਜਾਂਦੇ ਨੇ, ਵਰਨਾ ਕਹਿਣ ਵਾਲੇ ਤੇ ਗੱਲਾਂ ਵਾਲੇ ਬੜੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇੱਕ ਫਿਰੈ ਘਨੇਰੇ ਕਰੈ ਗੱਲਾਂ, ਗੱਲੀ ਕਿਨੇ ਨਾ ਪਾਇਆ। ਹੁਣ ਆਪਾਂ ਇੱਕ ਦੂਜੇ ਨੂੰ ਕਹੀ ਵੀ ਨਿਤਨੇਮ ਕਰਨਾ ਬੜਾ ਜ਼ਰੂਰੀ ਹੈ, ਬਾਣੀ ਪੜ੍ਹਨੀ ਜ਼ਰੂਰੀ ਹੈ, ਆਪਾਂ ਆਪ ਪੜ੍ਹਦੇ ਹੀ ਨਹੀਂ ਹਾਂ, ਫਿਰ ਅਸੀਂ ਕਬੂਲ ਨਹੀਂ ਹੋਵਾਂਗੇ ਗੁਰੂ ਦੇ ਕੋਲ। ਵੀ ਆਪ ਤੇ ਦੂਜਿਆਂ ਨੂੰ ਤੇ ਕਹੀ ਜਾਂਦਾ ਹੈ ਤੇ ਆਪ ਤੇ ਕਰਦਾ ਹੀ ਨਹੀਂ ਹੈ। ਆਪਾਂ ਦੂਜਿਆਂ ਨੂੰ ਕਿਉਂ ਸ਼ਰਧਾ ਰੱਖੋ ਭਾਈ, ਭਾਵਨਾ ਰੱਖੋ, ਆਪਾਂ ਆਪ ਰੱਖੀਏ ਨਾ, ਕਿਵੇਂ ਗੱਲ ਬਣੇਗੀ। ਜਦੋਂ ਬੰਦਾ ਦੁਬਿਧਾ ਵਿੱਚ ਹੈ ਫਿਰ ਉਹ ਇੱਕ ਨਹੀਂ ਹੋ ਸਕਦਾ, ਇੱਕ ਨਿਸ਼ਾਨੇ ਤੇ ਉਹਦਾ ਧਿਆਨ ਨਹੀਂ ਜਾ ਸਕਦਾ, ਕਿਉਂ ਦੁਬਿਧਾ ਵਾਲਾ ਵੇਖਦਾ, ਕਦੇ ਅੱਗੇ ਵੇਖਦਾ ਹੈ ਕਦੇ ਪਿੱਛੇ ਵੇਖਦਾ ਹੈ। ਪਰ ਜਿਹੜਾ ਦੁਬਿਧਾ ਵਿੱਚ ਨਹੀਂ ਹੈ ਉਹਨੂੰ ਪਤਾ ਮੈਂ ਆਪਣੀ ਮੰਜ਼ਿਲ 'ਤੇ ਪਹੁੰਚਣਾ, ਪਿੱਛੇ ਵੇਖਦਾ ਹੀ ਨਹੀਂ, ਅੱਗੇ ਭੱਜਿਆ ਜਾਂਦਾ ਹੈ। ਤੋ ਮਹਾਰਾਜ ਕਹਿੰਦੇ ਜਦੋਂ ਤੱਕ ਦੁਬਿਧਾ ਵਿੱਚ ਹੈ ਤੂੰ, ਉਦੋਂ ਤੱਕ ਤੇਰੇ ਅੰਦਰ ਉਹ ਵੈਰਾਗ ਪੈਦਾ ਨਹੀਂ ਹੋਵੇਗਾ, ਉਹ ਲਟਕ ਪੈਦਾ ਨਹੀਂ ਹੋਵੇਗੀ। ਭਾਈ ਵੀਰ ਸਿੰਘ ਦਾ ਆਪਾਂ ਅੱਗੇ ਵੀ ਇੱਕ ਦਿਨ ਉਹਨਾਂ ਦੇ ਬਚਨ ਸਾਂਝੇ ਕੀਤੇ ਸੀ। ਉਹਨਾਂ ਨੇ ਇੱਕ ਝਰਨੇ ਨਾਲ ਗੱਲ ਕੀਤੀ ਸੀ ਤੇ ਉਹ ਝਰਨਾ ਵਹਿ ਰਿਹਾ ਤੇ ਸ਼ਾਮ ਦਾ ਸਮਾਂ ਹੋ ਰਿਹਾ, ਤਰਕਾਲਾਂ ਪੈ ਰਹੀਆਂ ਨੇ, ਹਨੇਰਾ ਹੋ ਰਿਹਾ, ਪੰਛੀ ਸੈਲਾਨੀ ਲੋਕ ਵਾਪਸ ਮੁੜ ਰਹੇ ਨੇ ਆਪੋ ਆਪਣਿਆਂ ਟਿਕਾਣਿਆਂ 'ਤੇ। ਪਰ ਝਰਨਾ ਜਿਵੇਂ ਜਿਵੇਂ ਦਿਨ ਦਾ ਕਾਰੋਬਾਰ ਦਾ ਸ਼ੋਰ ਬੰਦ ਹੋ ਰਿਹਾ ਹੈ, ਝਰਨੇ ਦੇ ਪਾਣੀ ਦੀ ਆਵਾਜ਼ ਕਲ ਕਲ ਦੀ ਉੱਚੀ ਹੋ ਰਹੀ ਹੈ। ਆਵਾਜ਼ ਤਾਂ ਹਰ ਸਮੇਂ ਹੁੰਦੀ ਹੈ ਪਰ ਉਹ ਸ਼ੋਰ ਹੋਣ ਕਰਕੇ ਸੁਣਾਈ ਨਹੀਂ ਦਿੰਦੀ। ਭਾਈ ਵੀਰ ਸਿੰਘ ਵੀ ਸੈਰ ਕਰਨ ਗਏ ਹੋਏ ਸੀ, ਵਾਪਸ ਮੁੜਦੇ ਹੋਏ ਉਹ ਆਵਾਜ਼ ਸੁਣ ਕੇ ਰੁਕ ਗਏ ਝਰਨੇ ਕੋਲ, ਪੁੱਛਦੇ ਨੇ ਉਹਨੂੰ। ਸਾਂਝ ਹੋਈ ਪਰਛਾਵੇਂ ਛੁਪ ਗਏ, ਕਿਉਂ ਇੱਛਾ ਬਲ ਤੂੰ ਜਾਰੀ, ਨੈ ਸਰੋਧ ਕਰ ਰਹੀ ਉਵੇਂ ਹੀ ਤੇ ਟੁਰਨੋਂ ਵੀ ਨੈ ਹਾਰੀ। ਪੰਛੀ ਅਤੇ ਸਲਾਨੀ ਮਾਲੀ ਹਨ ਸਭ ਆਰਾਮ ਵਿੱਚ ਆਏ, ਸੈਮ ਸਵਾਦਲਾ ਸਾਰਿਆ ਸਾਰੇ ਤੇ ਕੁਦਰਤ ਟਿਕੀ ਸਾਰੀ। ਕਹਿਣ ਲੱਗੇ ਵੀ ਝਰਨਿਆਂ ਸਾਰੀ ਕੁਦਰਤ ਟਿਕੀ ਹੋਈ, ਪੰਛੀ ਸਲਾਨੀ ਸਾਰੇ ਮਾਲੀ ਆਪਣੇ ਆਪਣੇ ਘਰਾਂ ਨੂੰ ਰੋਗ ਚਰੇ ਗਏ ਨੇ, ਪਰ ਤੂੰ ਕਿਉਂ ਚੱਲ ਰਿਹਾ ਹੈ। ਪਹਾੜਾਂ ਦੇ ਵਿੱਚੋਂ ਪਾਣੀ ਦੇ ਝਰਨੇ ਅਕਸਰ ਫੁੱਟਦੇ ਨੇ, ਉਹ ਅੱਗੋਂ ਝਰਨਾ ਉੱਤਰ ਦਿੰਦਾ। ਭਾਈ ਵੀਰ ਸਿੰਘ ਉਹਦੇ ਨਾਲ ਗੱਲਾਂ ਕਰਦੇ ਨੇ ਨਾ, ਕਵੀ ਦੀ ਆਪਣੀ ਇੱਕ ਅੰਦਰ ਹੁੰਦੀ ਰਚਨਾ, ਤਾਂ ਉਹ ਅੱਗੋਂ ਝਰਨਾ ਆਵਾਜ਼ ਦਿੰਦਾ ਹੈ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੇ ਵਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰਾ ਮੁਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ। ਜਿਨ੍ਹਾਂ ਨੇ ਰੱਬ ਨੂੰ ਮਿਲਣ ਦੀ ਜਿਨ੍ਹਾਂ ਦੇ ਸੀਨੇ ਵਿੱਚ ਖਿੱਚ ਖਾਧੀ ਹੈ ਉਹ ਕਿੱਥੇ ਆਰਾਮ ਕਰਕੇ ਬਹਿੰਦੇ ਨੇ, ਉਹ ਤਾਂ ਟੋਰ ਅਨੰਤ ਉਹਨਾਂ ਦੀ, ਉਹ ਤਾਂ ਦਿਨ ਰਾਤ ਚੱਲੇ ਹੋਏ ਨੇ, ਸਾਧਨਾ ਕਰਨ ਵਿੱਚ ਲੱਗੇ ਹੋਏ ਨੇ। ਮਹਾਰਾਜ ਕਹਿੰਦੇ ਭਾਈ ਜਦੋਂ ਤੱਕ ਦੁਬਿਧਾ ਵਿੱਚ ਹੈ ਤੂੰ ਆਪਣੀ ਮੰਜ਼ਿਲ ਵੱਲ ਸਹੀ ਤਰੀਕੇ ਨਾਲ ਨਹੀਂ ਚੱਲ ਸਕੇਗਾ। ਜਬ ਲਗ ਦੂਜੀ ਰਾਈ, ਜਦੋਂ ਤੱਕ ਰਾਈ ਸਰੋਂ ਵੀ ਹੁੰਦੀ ਹੈ ਇੱਕ ਰਾਈ ਹੋਰ ਵੀ ਹੁੰਦੀ ਹੈ, ਸਭ ਤੋਂ ਬਰੀਕ ਬੀਜ ਦੁਨੀਆ ਦੇ ਵਿੱਚ ਰਾਈ ਦਾ ਹੈ। ਮਹਾਰਾਜ ਕਹਿੰਦੇ ਰਾਈ ਜਿੰਨਾ ਵੀ ਫਰਕ ਹੋਵੇ ਤੇ ਰੱਬ ਨੂੰ ਬੰਦਾ ਨਹੀਂ ਮਿਲ ਸਕਦਾ। ਬਿਲਕੁਲ ਸਭ ਨਾਲੋਂ ਜਿੰਨੀ ਵੀ ਦੁਨੀਆ ਵਿੱਚ ਬੀਜ ਨੇ ਉਹਨਾਂ ਵਿੱਚੋਂ ਨਿੱਕਾ ਬੀਜ ਰਾਈ ਦਾ ਮੰਨਿਆ ਗਿਆ ਹੈ। ਰਾਈ ਜਿੰਨਾ ਵੀ ਫਰਕ ਰੱਖੇਗਾ ਤੇ ਰੱਬ ਨਾਲ ਨਹੀਂ ਮਿਲ ਸਕਦਾ। ਰਾਈ ਦਾ ਫਰਕ ਇੰਨਾ ਕੁ ਸਮਝ ਲਓ, ਸਾਰੇ ਦੇਖੋ ਬਿਜਲੀ ਨਾਲ ਉਪਕਰਨ ਚੱਲ ਰਹੇ ਨੇ ਨਾ, ਪੱਖੇ ਏਸੀ ਵਗੈਰਾ, ਮਾੜੀ ਜੀ ਤਾਰ ਪਿੱਛੇ ਹਟ ਜਾ, ਬਿਲਕੁਲ ਮਾੜੀ ਜੀ ਪੱਖੇ ਬੰਦ ਹੋ ਜਾਣਗੇ। ਕੋਈ ਬਹੁਤਾ ਫੁੱਟਾਂ ਦਾ ਫਰਕ ਨਹੀਂ, ਮਾੜਾ ਜਿਹਾ ਰੰਚਕ ਵੀ ਫਰਕ ਪੈ ਜੇ ਸਾਰੇ ਉਪਕਰਨ ਬੰਦ। ਮਾੜੇ ਜਿਹੇ ਫਰਕ ਨਾਲ ਹੀ ਬੰਦਾ ਰੱਬ ਦੇ ਕੋਲ ਪਹੁੰਚਿਆ ਹੋਇਆ ਵੀ ਰੱਬ ਤੋਂ ਦੂਰ ਰਹਿੰਦਾ। ਰੱਬ ਤਾਂ ਸਾਡੇ ਕੋਲ ਹੀ ਹੈ, ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ, ਪਰ ਅਸੀਂ ਰੱਬ ਤੋਂ ਦੂਰ ਹਾਂ, ਕਿਉਂਕਿ ਰਾਈ ਜਿੰਨਾ ਉਹ ਫਰਕ ਜਿਹੜਾ ਉਹ ਨਹੀਂ ਮਿਟ ਰਿਹਾ ਹੈ। ਸਭ ਜਗ ਤੇਰਾ ਤੂੰ ਏਕੋ ਦਾਤਾ ਵਰਨਾ ਦੂਜਾ ਭਾਈ, ਹੇ ਵਾਹਿਗੁਰੂ ਤੂੰ ਸਾਰੇ ਸੰਸਾਰ ਦਾ ਦਾਤਾ ਹੈ।
ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੇਰੇ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ। ਪਹਿਲਾਂ ਇਹ ਗੱਲ ਰੱਬੀ ਮਾਰਗ ਤੇ ਚੱਲਣ ਵਾਲਾ ਬੰਦਾ ਆਪਣੇ ਵਿੱਚ ਪੱਕੀ ਕਰ ਲੇ, ਰੱਬ ਇੱਕੋ ਹੈ, ਹੋਰ ਕੋਈ ਰੱਬ ਨਹੀਂ ਹੈ। ਉਸੇ ਰੱਬ ਨਾਲ ਜੁੜਨਾ ਹੈ, ਨਾ ਕਿਸੇ ਮੜੀ ਮੱਟੀ ਨਾ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਕਰਨੀ ਹੈ। ਉਹਨਾਂ ਨੂੰ ਮਾੜਾ ਵੀ ਨਹੀਂ ਕਹਿਣਾ, ਪਰ ਰੱਬ ਕੇਵਲ ਇੱਕੋ ਹੈ, ਉਸ ਰੱਬ ਦੀ ਹੀ ਪੂਜਾ ਕਰਨੀ ਹੈ। ਅਵਰ ਨਾ ਦੂਜਾ ਭਾਈ, ਹੋਰ ਕੋਈ ਦੂਜਾ ਹੈ ਹੀ ਨਹੀਂ ਰੱਬ ਤੋਂ ਬਿਨਾ ਪੂਜਣ ਵਾਲਾ। ਮਨਮੁਖ ਜੰਤ ਦੁਖ ਸਦਾ ਨਿਵਾਸੀ, ਗੁਰਮੁਖ ਦੇ ਵਡਿਆਈ। ਮਨਮੁਖ ਗੁਰੂ ਦੀ ਗੱਲ ਨਹੀਂ ਮੰਨਦਾ, ਸਦਾ ਦੁੱਖਾਂ ਵਿੱਚ ਹੀ ਰਹਿੰਦੇ ਨੇ। ਜਿਹੜੇ ਜੰਤ ਮਨਮੁਖ ਨੇ ਜੀਵ, ਉਹਨਾਂ ਦਾ ਨਿਵਾਸ ਸਦਾ ਦੁੱਖਾਂ ਵਿੱਚ ਹੀ ਰਹਿੰਦਾ ਹੈ। ਗੁਰਮੁਖ ਦੇ ਵਡਿਆਈ, ਰੱਬ ਵੀ ਗੁਰਮੁਖ ਨੂੰ ਵਡਿਆਈ ਦਿੰਦਾ। ਇੱਥੇ ਗੁਰਮੁਖ ਦਾ ਭਾਵ ਗੁਰਸਿੱਖ ਨਹੀਂ ਹੈ। ਉਹ ਕੋਈ ਹਿੰਦੂ ਵੀਰ ਵੀ ਹੋ ਸਕਦਾ, ਕੋਈ ਮੁਸਲਮਾਨ ਵੀਰ ਵੀ ਹੋ ਸਕਦਾ, ਜਿਹੜਾ ਅਸਲ ਵਿੱਚ ਰੱਬ ਦੀ ਬੰਦਗੀ ਕਰ ਰਿਹਾ ਹੈ। ਪਰਮਾਤਮਾ ਉਸ ਭਗਤੀ ਵਾਲੇ ਆਪਣੇ ਪਿਆਰੇ ਨੂੰ ਵਡਿਆਈ ਦਿੰਦਾ ਹੈ। ਅਪਰ ਅਪਾਰ ਅਗਾਮਾ ਗੋਚਰ ਕਹਿਣ ਕੀਮ ਨਾ ਪਾਈ। ਅਪਰ ਅਪਾਰ ਅਗਾਮਾ ਗੋਚਰ, ਉਹ ਵਾਹਿਗੁਰੂ ਪਰਿਆਂ ਤੋਂ ਪਰ ਹੈ, ਸਾਡੇ ਮਨ ਇੰਦਰੀਆਂ ਤੋਂ ਪਰੇ ਹੈ। ਕੋਈ ਵੀ ਉਹਦੀ ਕੀਮਤ ਬਿਆਨ ਨਹੀਂ ਕਰ ਸਕਦਾ ਵੀ ਰੱਬ ਨੂੰ ਇੰਨੇ ਕੁ ਪਾਠ ਕਰਕੇ, ਇੰਨੀ ਕੁ ਸਾਧਨਾ ਕਰਕੇ ਪਾਇਆ ਜਾ ਸਕਦਾ ਹੈ, ਜਾਂ ਸੋਨੇ ਨਾਲ ਵੀ ਜਾਂ ਪੈਸੇ ਨਾਲ ਵੀ ਰੱਬ ਨੂੰ ਪਾਇਆ ਜਾ ਸਕਦਾ। ਕੋਈ ਨਹੀਂ ਪਾ ਸਕਦਾ। ਕੰਚਨ ਸਿਉ ਪਾਈਐ ਨਹੀਂ ਤੋਲ, ਰੱਬ ਨੂੰ ਕੋਈ ਸੋਨੇ ਨਾਲ ਵੀ ਨਹੀਂ ਖਰੀਦ ਸਕਦਾ। ਭਾਵੇਂ ਲੋਕ ਯਤਨ ਕਰਦੇ ਨੇ, ਪਹਿਲਾਂ ਵੀ ਕਰਦੇ ਸੀ, ਹੁਣ ਵੀ ਕਰਦੇ ਨੇ। ਕਈ ਵਾਰ ਦੇਖਿਆ ਨਾ ਵੀ ਲੋਕ ਅਖੰਡ ਪਾਠ ਕਰਾਉਂਦੇ ਨੇ ਨਾ, ਗੁਰਦੁਆਰੇ ਗੇੜੇ ਨਹੀਂ ਮਾਰਦੇ। ਅਖੰਡ ਪਾਠ ਦਾ ਕਰਾ ਲਿਆ, ਘਰ ਵਿੱਚ ਆਰੰਭ, ਘਰ ਵਿੱਚ ਵੀ ਗੇੜਾ ਨਹੀਂ ਮਾਰਦੇ ਵੀ ਪਾਠ 5 ਪੌੜੀਆਂ ਮਸੀਂ ਸੁਣਦੇ ਨੇ। ਬਸ 5 ਪੌੜੀਆਂ ਸੁਣੀਆਂ ਤੇ ਦੇਗ ਮਿਲੀ ਤੇ ਮਿੰਟ ਵਿੱਚ ਸਾਰਾ ਟੱਬਰ ਬਾਹਰ ਕਮਰੇ ਤੋਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਇਸ ਤਰ੍ਹਾਂ ਗੱਲ ਨਹੀਂ ਬਣੇਗੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਵਾਹਿਗੁਰੂ ਪਰਮਾਤਮਾ ਨੂੰ ਜੇ ਪਾਣਾ ਤੇ ਪ੍ਰੇਮ ਨਾਲ ਉਹਦੀ ਸਾਧਨਾ ਕਰਨੀ ਪਵੇਗੀ। ਗੱਲਾਂ ਨਾਲ ਉਹਦੀ ਕੀਮਤ ਨਹੀਂ ਪਾਈ ਸਕਦੀ, ਕਮਾਈ ਨਾਲ ਹੀ ਉਹਨੂੰ ਪਾਇਆ ਜਾ ਸਕਦਾ ਹੈ, ਸਾਧਨਾ ਨਾਲ, ਪਿਆਰ ਨਾਲ। ਸੁਨ ਸਮਾਦ ਮਾਂ ਪਰਮਾਰ ਤੀਨ ਭਵਨ ਪਤ ਨਾਮੰਗ। ਉਹ ਵਾਹਿਗੁਰੂ ਜਿੱਥੇ ਰਹਿੰਦਾ ਹੈ ਉੱਥੇ ਕੋਈ ਵੀ ਦੁਨੀਆ ਦਾ ਮਾਇਕ ਫੁਰਨਾ ਨਹੀਂ ਹੈ। ਤਿੰਨਾਂ ਭਵਨਾਂ ਦੇ ਵਿੱਚ, ਭਾਵ ਸਾਰੇ ਬ੍ਰਹਿਮੰਡ ਦੇ ਵਿੱਚ, ਵਾਹਿਗੁਰੂ ਪਰਮਾਤਮਾ ਦਾ ਨਾਮ ਜਿਹੜਾ ਉਹ ਜਪਦਾ ਹੈ, ਵਾਹਿਗੁਰੂ ਆਪਣੇ ਨਾਮ ਦੀ ਪੱਤ ਰੱਖਦਾ ਹੈ। ਜਿਹੜਾ ਵੀ ਉਹਨੂੰ ਪੁਕਾਰਦਾ ਹੈ, ਕੋਈ ਵੀ ਪੁਕਾਰੇ ਵਾਹਿਗੁਰੂ ਪਰਮਾਤਮਾ ਤਿੰਨਾਂ ਭਵਨਾਂ ਦੇ ਵਿੱਚ ਜੀਵ ਦੀ ਪੱਤ ਰੱਖਦਾ ਹੈ। ਮਸਤਕ ਲੇਖ ਦੀਆਂ ਜਗ ਜੋਨੀ, ਸਿਰ ਸਿਰ ਲੇਖ ਸਹਾਵੰਗ। ਜਿਵੇਂ ਜੀਵਾਂ ਦੇ ਮਸਤਕ ਤੇ ਲੇਖ ਲਿਖੇ ਨੇ, ਰੱਬ ਦੀ ਬੰਦਗੀ ਜੇ ਨਾ ਕੀਤੀ ਤਾਂ ਇਹ ਕਈ ਜੂਨੀਆਂ ਵਿੱਚ ਇਸੇ ਤਰ੍ਹਾਂ ਉਹ ਲੇਖਾਂ ਦੇ ਮੁਤਾਬਕ ਸਹਾਰਦਾ ਰਹਿੰਦਾ। ਦੁੱਖ ਸੁੱਖ ਚੱਲੀ ਜਾਂਦੀ ਹੈ ਗਤੀ। ਮਸਤਕ ਲੇਖ ਜੀਆਂ ਜਗ ਜੋਨੀ, ਸਿਰ ਸਿਰ ਲੇਖ ਸਹਾਵੰਗ। ਹਰ ਇੱਕ ਜੀਵ ਦੇ ਸਿਰ ਤੇ ਮਸਤਕ ਤੇ ਕਰਮ ਲਿਖੇ ਨੇ, ਲੇਖ ਲਿਖੇ ਹੋਏ ਨੇ। ਜੇ ਬੰਦਗੀ ਕਰਕੇ ਉਹ ਲੇਖੇ ਤੋਂ ਮੁਕਤ ਨਹੀਂ ਹੋਇਆ ਤਾਂ ਇਹ ਕਿਰਿਆ ਚੱਲਦੀ ਰਹਿੰਦੀ। ਕਰਮ ਸਕਰਮ ਕਰਾਏ ਆਪੇ ਭਗਤ ਦ੍ਰਿੜਾਮੰਗ। ਸਾਰਾ ਸੰਸਾਰ ਵਾਹਿਗੁਰੂ ਦੇ ਵਸ ਵਿੱਚ ਹੈ, ਕੋਈ ਉਹਦੇ ਤੋਂ ਬਾਹਰ ਨਹੀਂ। ਭਾਵੇਂ ਕੋਈ ਆਮ ਕਰਮ ਕਰ ਰਿਹਾ ਹੈ ਤੇ ਭਾਵੇਂ ਕੋਈ ਚੰਗੇ ਕਰਮ ਕਰ ਰਿਹਾ ਹੈ, ਬੜੇ ਵਧੀਆ ਤੋਂ ਵਧੀਆ ਕਰਮ ਕਰਦਾ ਹੈ, ਤੇ ਭਾਵੇਂ ਕੋਈ ਰੱਬ ਦੀ ਬੰਦਗੀ ਕਰ ਰਿਹਾ ਹੈ। ਕਰਮ ਸੁਕਰਮ, ਕਰਮ ਆਮ ਕਰਮ, ਸੁਕਰਮ ਵਿਸ਼ੇਸ਼ ਕਰਮ, ਦੁਨੀਆ ਦੇ ਭਲੇ ਦੇ ਕੰਮ, ਤੇ ਕੋਈ ਭਗਤੀ ਕਰੇ ਆਪੇ ਭਗਤ ਦ੍ਰਿੜਾਮੰਗ। ਵਾਹਿਗੁਰੂ ਇਹ ਸਾਰਾ ਉਹਦੇ ਹੱਥ ਦੇ ਵਿੱਚ ਹੈ। ਮਨ ਮੁਖ ਝੂਠ ਲੈ ਭੈ ਮਾਨੰਗ, ਆਪੇ ਗਿਆਨ ਅਗਾਮੰਗ। ਇੱਥੇ ਹੁਣ ਸ਼ਬਦ ਆਇਆ ਮਨ ਮੁਖ, ਇਹਨੂੰ ਇਕੱਠਾ ਨਹੀਂ ਬੋਲਣਾ ਜਿਹੜੀਆਂ ਸੰਗਤਾਂ ਪਾਠ ਕਰਦੀਆਂ ਨੇ। ਮਨ ਅਤੇ ਮੁਖ, ਸਾਡੇ ਮਨ ਵਿੱਚ ਵੀ ਮੈਲ ਹੈ, ਸਾਡੇ ਮੁਖ ਵਿੱਚ ਵੀ ਮੈਲ ਹੈ। ਸਾਡਾ ਮਨ ਵੀ ਮੈਲਾ ਹੈ ਤੇ ਮੁਖ ਤੋਂ ਵੀ ਆਪਾਂ ਝੂਠ ਦੀ ਮੈਲ, ਝੂਠ ਬੋਲਦੇ ਹਾਂ, ਨਿੰਦਿਆ ਕਰਦੇ ਹਾਂ, ਚੁਗਲੀ ਕਰਦੇ ਹਾਂ।
महाराज कहते भाई जे रब का नाम जपोगे तुहाडा मन भी साफ हो जाएगा तो मुख भी साफ हो जाएगा। मन वखरा वखरा पाठ करना है, मन मुख झूठ लह भै मानग। जदों आपां उहदे भै विच चलांगे बंदगी करांगे साडा मन निर्मल होवेगा। जे मन निर्मल है तो फिर साडी रसना भी झूठ नहीं बोलेगी। आपे ज्ञान अगामं, और आपे दा फिर ज्ञान अगमता दा ज्ञान जीव नूं प्राप्त हो जाता है, ब्रह्म का ज्ञान प्राप्त हो जाता है। जिन चाखिया सेई साध जानन ज्यों गूंगे मठियाई। जिन्हां ने इस तरह अपने जीवन की मर्यादा नूं रखिया उन्हां नूं वाहिगुरू दे नाम का रस आया। जिन्हां ने नाम रस नूं चख लिया है उस स्वाद नूं ओही जाणदे ने, बयान नहीं कर सकते। जिवें गूंगा बंदा कुछ खा लवे वो दस नहीं सकता। आपां मठियाई खाईए आपां दूजे नूं दस दांगे बड़ी मिठी है। आपां कोई कौड़ी चीज़ मूँह विच पा लईए वो भी कह दांगे भाई ये कौड़ी है, ये सब्जी भाजी इहदे विच लूण मसाला ज़्यादा है जां घट है। जिवें जे आपां नूं लगेगा आपां कह सकते हाँ घट है जां ज़्यादा है जां ठीक है। गूंगा खावे सब्जी वो दस नहीं सकता भी की मिठी कौड़ी घट वध की है। इस तरह रब की बंदगी गुरमुख जिहड़ा उस तक पहुँच जाता है वो बयान नहीं कर सकता। तां महाराज इत्थे गूंगे का प्रमाण दिता है। गूंगे दे विच ये गुण है, उहदा एक औगण भी दस्सिया गूंगे का। कहाँ बिशन पद गावै गूंग जतन करै तोपी सुरभंग। आपां गुण लैना है, महाराज कहते उहदे विच ये गुण है वो बयान नहीं कर सकता। इस तरह जिहड़ा रब तक पहुँचया है जिन्हों रब्बी रस आया वो बयान नहीं कर सकता। अकथै का क्या कथिए भाई चालो सदा रजाई। वाहिगुरू कथन तो बाहर है उन्होंने कथिया नहीं जा सकता। फिर गुरमुख नाम जपदे हुए सदा उहदी रजा विच रहिंदे ने, वो किसी तरह का दावा नहीं करते। कल एक शरीर नाल गल होई, बाणी पढ़ते ने, वो बड़ा दावा करते पे सी ते जदों दास ने उहदे अगे एक वचन रखिया फिर वो माफ़ी मंगन लग पाया। कहते नहीं मेरे तो गलत बोलिया गया है। मैं क्या भाई साहब भी ये जिहड़ा महाराज की बाणी है बयान तो आपां कथन नहीं कर सकते। महिमा समग्र महिमा ऐसी वाहिगुरू की उन्होंने कोई बयान नहीं कर सकता। हाँ जे आपां कुछ सेवा कर रहे हैं ये उहदी बख्शिश है, उहदी बख्शिश है। महाराज कहते गुरदाता मेले तामत होवे निगुरे मत ना काई। ये जिहड़ी सोझी है भी रब की महिमा कथन नहीं की जा सकती। रब्बी खेड उहदे हुक्म नूं समझ लेना ये गुरु तो समझ पैंदी है। निगुरे बंदे नूं ये समझ नहीं आउंदी, उहनूं ये मत ही नहीं आउंदी भी रब्बी खेड की है। वो तो मनदा ही नहीं है, नास्तिक हो जाता है, वो तो गल नूं मनदा ही नहीं है। ज्यों चलाए त्यों चालै भाई होर क्या को करे चतराई। ते गुरमुख कहंदा भाई जिवें रब चलांदा है उवें ही चलदा सारा संसार। कोई मनुख अपनी सियाणप नहीं वरत सकता, क्योंकि जदों रब अपना हुक्म उहदा चलदा है ना तां बंदे दियां सियाणपां सहस सियाणपां लख होए तां इक ना चलै। नाल कोई सियाणप बंदे नूं लगदा है भी मेरियां सियाणपां चल रहीआं ने। महाराज कहते भी वह हुक्म है पर वो हुक्म तो बिना कुछ भी नहीं हुंदा। महाराज कहते किसी मनुख की कोई चतराई नहीं चलती, वो वाहिगुरू ही सारा कुछ इस तरह संसार नूं चला रहा है। एक भरम भुलाइक भगती राते तेरा खेल पारा। हे वाहिगुरू जिहड़े गुरमुख बंदगी करते ने कदे हंकार नहीं करते। जे कोई रब नालों टुटिया होया तो उन्होंने वेख के गलानी नहीं करते। कहते वाहिगुरू ये भी तेरी खेड है। एक बंदियां नूं तू भरम विच भुलाया होया कदे गुरुद्वारे मंदिर मस्जिद विच वड़दे ही नहीं पर एक भगती करन विच लगे रहंदे ने। एक भरम भुलाए एक भगती राते तेरा खेल अपारा। हे वाहिगुरू ये भी तेरा एक खेल है, अपारा खेल है। परे तो परे दी भी जिहड़ी महिमा दसी नहीं जा सकती वाहिगुरू दे ऐसे कौतकां दी। जित तुद लाए तेहा फल पाया तू हुक्म चलावण हारा। जिहड़े पासे जीवां नूं लाया है उस तरह का जीव नूं फल प्राप्त हुंदा है।
ਸਾਰਿਆਂ ਤੇ ਤੇਰਾ ਹੁਕਮ ਚੱਲਦਾ, ਸਾਰਿਆਂ ਨੂੰ ਆਪਣੇ ਹੁਕਮ ਵਿੱਚ ਰੱਖਿਆ ਹੈ। ਸੇਵਾ ਕਰੀ ਜੇ ਕਿਛ ਹੋਵੈ, ਆਪਣਾ ਜੀਓ ਪਿੰਡ ਤੁਮਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖ ਇਹ ਵੀ ਕਹਿੰਦਾ, ਹੇ ਵਾਹਿਗੁਰੂ ਮੈਂ ਤੇਰੀ ਸੇਵਾ ਕੀ ਕਰ ਸਕਦਾ ਹਾਂ, ਮੈਂ ਤੇਰੀ ਕੁਝ ਵੀ ਸੇਵਾ ਨਹੀਂ ਕਰ ਸਕਦਾ ਕਿਸੇ ਵੀ ਤਰ੍ਹਾਂ। ਆਪਣੇ ਚਲੋ ਹੁਣ ਤਾਂ ਥੋੜ੍ਹੀ ਜਿਹੀ ਕਿਰਪਾ ਹੋ ਗਈ ਹੈ ਜੇ। ਪਹਿਲਾਂ ਗੁਰਦੁਆਰਿਆਂ ਵਿੱਚ ਜਿਹੜੇ ਪੱਖੇ ਲੱਗਦੇ ਸੀ ਉਹਨਾਂ ਉੱਤੇ ਨਾਂ ਲਿਖੇ ਹੁੰਦੇ ਸੀ, ਬਲਕਿ ਇਹ ਵੀ ਲਿਖਿਆ ਹੁੰਦਾ ਸੀ ਕਿੰਨੇ ਪੈਸੇ ਦਿੱਤੇ ਨੇ, ਪੱਥਰਾਂ 'ਤੇ ਲਿਖੇ ਜਾਣਾ, ਹੋਰ ਬੜਾ ਕੁਝ ਅਜੇ ਵੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰਮੁਖ ਸੇਵਾ ਕਰਕੇ ਉਹ ਜਤਾਉਂਦਾ ਨਹੀਂ ਹੈ। ਆਪਾਂ ਤੇ ਕਹਿੰਦੇ ਸਾਡੇ ਨਾਮ ਦੀ ਪਲੇਟ ਕਿਉਂ ਨਹੀਂ ਲੱਗੀ, ਅਸੀਂ ਤਾਂ ਇੰਨਾ ਪੈਸਾ ਦਿੱਤਾ, ਲੱਗਣਾ ਚਾਹੀਦਾ ਹੈ। ਇੱਥੋਂ ਤੱਕ ਰੁਮਾਲਿਆਂ 'ਤੇ ਵੀ ਲਿਖਣ ਲੱਗ ਪਏ ਸੀ ਲੋਕ, ਪਾਲਕੀ ਸਾਹਿਬ 'ਤੇ ਵੀ ਲਿਖਣ ਲੱਗ ਪਏ ਫਲਾਣੇ ਨੇ ਸੇਵਾ ਕਰਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਦੀ ਰੀਤੀ ਨਹੀਂ। ਗੁਰਮੁਖ ਕੀ ਕਹਿੰਦਾ, ਸੇਵਾ ਕਰੀ ਜੇ ਕਿਛ ਹੋਵੈ, ਆਪਣਾ ਜੀਓ ਪਿੰਡ ਤੁਮਾਰਾ। ਮੈਂ ਸੇਵਾ ਤਾਂ ਕਰਾਂ ਜੇ ਕੁਝ ਮੇਰਾ ਆਪਣਾ ਹੋਵੇ, ਕਿਉਂਕਿ ਮੇਰਾ ਤੇ ਇਹ ਸਰੀਰ ਵੀ ਆਪਣਾ ਨਹੀਂ, ਇਹ ਵੀ ਤੂੰ ਦਿੱਤਾ ਹੈ। ਸੇਵਾ ਕਰੀ ਜੇ ਕਿਛ ਹੋਵੈ, ਆਪਣਾ ਜੀਓ ਪਿੰਡ ਤੁਮਾਰਾ। ਸਾਡੀ ਜੀਵ ਆਤਮਾ, ਪਿੰਡ, ਇਹ ਸਰੀਰ, ਇਹ ਸਾਰਾ ਕੁਝ ਤੂੰ ਹੀ ਬਣਾਇਆ ਹੈ। ਤੂੰ ਹੀ ਸਾਡੀ ਆਤਮਾ ਨੂੰ ਸਿਰਜਣ ਵਾਲਾ ਹੈ, ਤੂੰ ਹੀ ਸਰੀਰ ਨੂੰ ਵੀ ਸਿਰਜਣ ਵਾਲਾ ਹੈ। ਅਸੀਂ ਸੇਵਾ ਕੀ ਕਰ ਸਕਦੇ ਹਾਂ, ਸਾਡਾ ਆਪਣਾ ਕੁਝ ਹੈ ਹੀ ਨਹੀਂ। ਸਤਿਗੁਰ ਮਿਲਿਆ ਕਿਰਪਾ ਕੀਨੀ, ਅੰਮ੍ਰਿਤ ਨਾਮ ਆਧਾਰਾ। ਸਤਿਗੁਰੂ ਮਿਲ ਪਏ, ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਨਾਮ ਦੇ ਦਿੱਤਾ। ਉਸ ਨਾਮ ਦੇ ਆਸਰੇ ਅਸੀਂ ਚੱਲ ਰਹੇ ਹਾਂ। ਗੁਰਮੁਖ ਨਾਮ ਦੇ ਆਸਰੇ ਜੀਵਦਾ ਹੈ। ਗਗਨ ਅੰਤਰ ਵਾਸਿਆ ਗੁਣ ਪ੍ਰਗਾਸਿਆ, ਗੁਣਮੈ ਗਿਆਨ ਧਿਆਨ। ਜਿਨ੍ਹਾਂ ਗੁਰਮੁਖਾਂ ਨੇ ਸ਼ਬਦ ਦੀ ਕਮਾਈ ਕੀਤੀ, ਗਗਨ ਅੰਤਰ ਵਾਸਿਆ, ਉਹਨਾਂ ਦਾ ਗਗਨ ਅੰਤਰ ਜਿਹੜਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ। ਉਹ ਦਸਮ ਦੁਆਰ ਵਿੱਚ ਵਾਹਿਗੁਰੂ ਦਾ ਵਾਸਾ ਪ੍ਰਗਟ ਹੋ ਜਾਂਦਾ, ਉੱਥੇ ਵਾਹਿਗੁਰੂ ਦੇ ਗੁਣ ਪ੍ਰਗਟ ਹੋ ਜਾਂਦੇ ਨੇ। ਗੁਣ ਮੈਂ ਗਿਆਨ ਧਿਆਨ, ਤੇ ਗੁਰਮੁਖ ਦਾ ਧਿਆਨ ਵਾਹਿਗੁਰੂ ਦੇ ਉਹਨਾਂ ਗੁਣਾਂ ਦੇ ਵਿੱਚ, ਵਾਹਿਗੁਰੂ ਦੀਆਂ ਸਿਫਤਾਂ ਦੇ ਵਿੱਚ ਉੱਥੇ ਫਿਰ ਸੁਰਤ ਜੁੜੀ ਰਹਿੰਦੀ ਹੈ, ਧਿਆਨ ਜੁੜਿਆ ਰਹਿੰਦਾ। ਨਾਮ ਮਨ ਭਾਵੈ, ਕਹਿ ਕਹਾਵੈ, ਤਤੋ ਤਤ ਵਖਾਣ। ਉਹ ਗੁਰਮੁਖ, ਉਹਨੂੰ ਮਨ ਵਿੱਚ ਹੁਣ ਨਾਮ ਜਪਣਾ ਬੜਾ ਚੰਗਾ ਲੱਗਣ ਲੱਗ ਪਿਆ। ਹਰ ਸਮੇਂ ਨਾਮ ਮਨ ਭਾਵੈ, ਕਹੈ ਕਹਾਵੈ। ਆਪ ਵੀ ਜਪਦਾ ਹੈ ਤੇ ਉਹਦੇ ਕੋਲ ਕੋਈ ਆਵੇ, ਉਹ ਕਹਿੰਦਾ ਭਾਈ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ। ਆਪ ਵੀ ਜਪਦਾ, ਹੋਰਾਂ ਨੂੰ ਵੀ ਤਤੋ ਤਤ ਵਿਖਾਣਾ। ਉਹ ਤਤ ਦੀ ਹੀ ਗੱਲ ਦੁਨੀਆ ਨੂੰ ਫਿਰ ਦੱਸਦਾ ਹੈ। ਕਿਉਂਕਿ ਜਿਵੇਂ ਬਾਜ਼ਾਰ ਵਿੱਚ ਜਾਓ ਨਾ, ਤੇ ਬਜਾਜ ਬੈਠਾ, ਕੱਪੜੇ ਵਾਲਾ ਬੈਠਾ, ਸਬਜ਼ੀ ਭਾਜੀ ਵਾਲੇ ਸਾਰੇ, ਤੁਸੀਂ ਜਾਓਗੇ ਜਿਹੜੀ ਦੁਕਾਨ 'ਤੇ ਜਾਓਗੇ ਉਹਨੇ ਉਹੀ ਤੁਹਾਨੂੰ ਚੀਜ਼ ਦਿਖਾਣੀ ਵੀ ਮੇਰੇ ਕੋਲ ਤਾਂ ਇਹ ਹੀ ਹੈ ਭਾਈ। ਇਸੇ ਤਰ੍ਹਾਂ ਜਦੋਂ ਆਪਾਂ ਗੁਰਮੁਖ ਕੋਲ ਬੈਠਾਂਗੇ, ਉਹ ਸਾਨੂੰ ਰੱਬ ਦੀਆਂ ਗੱਲਾਂ ਦੱਸੇਗਾ, ਰੱਬ ਦੀਆਂ ਸਿਫਤਾਂ ਦੱਸੇਗਾ। ਮਹਾਰਾਜ ਕਹਿੰਦੇ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੈ ਜਗ ਬੋਰਾਣ। ਸ਼ਬਦ ਹੀ ਸਭ ਤੋਂ ਵੱਡਾ ਜਿਹੜੀ ਹੈ ਕਲਾ ਸ਼ਕਤੀ ਰੱਖਦਾ ਹੈ। ਗੁਰੂ ਪੀਰ ਦਾ ਦਿੱਤਾ ਹੋਇਆ ਸ਼ਬਦ ਮਹਾਰਾਜ ਕਹਿੰਦੇ ਬੜਾ ਗੈਰ ਗੰਭੀਰ ਹੈ। ਜਿਹੜਾ ਮਨੁੱਖ ਜਪ ਲੈਂਦਾ ਉਹ ਗੈਰ ਗੰਭੀਰ ਵਾਹਿਗੁਰੂ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਉਹਦੇ ਵਰਗਾ ਹੀ ਹੋ ਜਾਂਦਾ ਹੈ। ਸ਼ਬਦ ਤੋਂ ਬਿਨਾਂ ਤੇ ਜਗ ਕਮਲਾ ਹੈ, ਝੱਲਾ ਹੈ, ਪਾਗਲ ਹੈ। ਪੂਰਾ ਬੈਰਾਗੀ ਸਹਿਜ ਸੁਭਾਗੀ, ਸਚ ਨਾਨਕ ਮਨ ਮਾਨੰਗ। ਜਿਹਦੇ ਅੰਦਰ ਗੁਰੂ ਦਾ ਸ਼ਬਦ ਪ੍ਰਗਟ ਹੋਇਆ ਹੈ, ਭਾਵ ਜੇ ਨੇ ਨਾਮ ਜਪਿਆ ਤੇ ਸ਼ਬਦ ਉੱਥੇ ਆਪਣਾ ਅਸਰ ਕਰ ਗਿਆ ਹੈ, ਉਹ ਪੂਰਾ ਵੈਰਾਗੀ ਹੈ। ਉਹ ਬਾਹਰੋਂ ਵੈਰਾਗੀ ਨਹੀਂ, ਅੰਦਰੋਂ ਵੀ ਪੂਰਾ ਵੈਰਾਗੀ ਤ੍ਰਿਆਗੀ ਹੈ। ਸਹਿਜ ਦੇ ਵਿੱਚ ਟਿਕਿਆ ਹੋਇਆ ਉਹ ਭਾਗਾਂ ਵਾਲਾ ਹੋ ਗਿਆ। ਵਾਕਿਆ ਹੀ ਮਹਾਰਾਜ ਕਹਿੰਦੇ ਉਹਦਾ ਮਨ ਸੱਚੇ ਵਾਹਿਗੁਰੂ ਦੇ ਵਿੱਚ ਮੰਨਿਆ ਹੈ, ਪਤੀਜ ਗਿਆ ਹੈ, ਲੀਨ ਹੋਇਆ ਹੈ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਸ਼ਬਦ ਦੁਆਰਾ ਇਹ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।